ਹਲੋ ਵਾਹਿਗੁਰੂ। ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੇ ਮਾਈ ਭਾਈ ਪਿਆਰ ਅਤੇ ਸਤਿਕਾਰ ਹੈ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਹੋਈ ਹੈ। ਨਿਰੰਕਾਰ ਨੇ ਉਦਮ ਬਖਸ਼ਿਆ ਹੈ। ਸਤਿਗੁਰੂ ਸਾਹਿਬਾਨ ਟੁੱਟੇ ਹਨ ਜੋ ਆਪਾਂ ਨੂੰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਸਤ ਸੰਗਤ ਵਿੱਚ ਜੁੜ ਕੇ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਵਡਭਾਗੇ ਹਾਂ। ਪਠਾਨਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਤਾਂ ਹਮੇਸ਼ਾ ਹੀ ਟੁੱਟੇ ਨੇ, ਸਾਡੀਆਂ ਕਮੀਆਂ ਉਣਤਾਈਆਂ ਨੂੰ ਸਤਿਗੁਰੂ ਜੀ ਹਮੇਸ਼ਾ ਹੀ ਮਾਫ ਕਰਦੇ ਨੇ। ਪਰ ਕਦੋਂ? ਜਦੋਂ ਆਪਾਂ ਉਹਨਾਂ ਦੇ ਬਣ ਜਾਈਏ। ਸਭ ਔਗੁਣ ਮੈਂ ਗੁਣ ਨਹੀਂ ਕੋਏ, ਕਿਉਂ ਕਰ ਕੰਤ ਮਲਾਵਾ ਹੋਏ। ਸੋ ਗੁਰੂ ਪਿਆਰੀ ਸਾਧ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੋ 400 ਸਾਲਾ ਆਗਮਨ ਪੁਰਬ ਤਖਤ ਹਰਿਮੰਦਰ ਸਾਹਿਬ ਤੋਂ ਜੋ ਸਿੰਘ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਕਿ ਸਾਲ ਭਰ ਇਹ ਆਪਾਂ ਦਿਨ ਮਨਾਉਣਾ ਹੈ। ਤੋ ਇਹ ਜੋ ਦਿਨ ਤਕਰੀਬਨ 21 ਤਰੀਕ 22 ਤਰੀਕ ਤੱਕ ਇਹ ਪੂਰੇ ਹੋਣੇ ਨੇ, ਸਾਲ ਪੂਰਾ ਹੋਣਾ ਹੈ। ਤੋ ਦੁਨੀਆ ਭਰ ਵਿੱਚ ਥਾਂ ਥਾਂ 'ਤੇ ਸਤਿਗੁਰੂ ਜੀ ਦੀ ਟੇਕ ਲੈ ਕੇ ਇਹ ਦਿਨ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਜੋ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜੋ ਨਾਨਕਸਰ ਸਥਾਨ, ਨਾਨਕਸਰ ਭਗਤੀ ਦਾ ਘਰ, ਇਸ ਸਥਾਨ 'ਤੇ ਵੀ ਤਕਰੀਬਨ ਸਾਲ ਪੂਰਾ ਹੋਣ ਵਾਲਾ ਹੈ। ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀਆਂ ਦੇ ਪ੍ਰਵਾਹ ਚੱਲਦਿਆਂ ਤਾਂ ਇਹ ਦਿਨ ਨੂੰ ਮਨਾਉਂਦਿਆਂ ਹੋਇਆਂ ਦੁਨੀਆ ਭਰ ਵਿੱਚ ਸੰਗਤਾਂ ਗੁਰਬਾਣੀ ਦੇ ਲੜ ਲੱਗੀਆਂ ਨੇ, ਸਤਿਗੁਰੂ ਜੀ ਦੀ ਟੇਕ ਲੈ ਕੇ ਚੱਲ ਰਹੇ ਨੇ। ਉਹ ਵਡਭਾਗੇ ਜੁੜੇ ਨੇ ਜਿਹੜੇ ਗੁਰੂ ਦੀ ਟੇਕ ਲੈ ਕੇ ਚੱਲਦੇ ਹਨ। ਸੋ ਵਿਸਾਖੀ ਦਾ ਪੁਰਬ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇਹ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਗ ਜਲੰਦੇ ਨੂੰ ਤਾਰਦੇ ਹੋਏ ਦੁਨੀਆ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆਂ ਇੱਕ ਬਚਨ ਨੇ ਆਖਿਆ, ਧਰਮ ਪੰਖ ਕਰ ਉੱਡ ਰਿਹਾ। ਜਿਹੜਾ ਧਰਮ ਸੀ ਉਹ ਪੰਖ ਲਗਾ ਕੇ ਉੱਡ ਗਿਆ ਏ। ਧੰਨ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ, ਮੇਰੇ ਆਉਣ ਦਾ ਪ੍ਰਯੋਜਨ, ਮੇਰੇ ਆਉਣ ਦਾ ਕਾਰਨ, ਕਹਿੰਦੇ ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਖਾਸ ਆਵਾਜ਼ ਬੁਲੰਦ ਕੀਤੀ, ਹਰ ਵਰਗ ਵਿੱਚ ਜਾ ਕੇ ਜੋ ਇਹ ਮੈਸੇਜ ਦਿੱਤਾ, ਜੋ ਕਰਾਹੇ ਚੱਲਦੇ ਸਨ, ਜੋ ਭਟਕੇ ਹੋਏ ਸਨ ਪਰਮੇਸ਼ਰ ਦੇ ਮਾਰਗ ਤੋਂ, ਊਚ ਨੀਚ ਦੇ ਭੇਦਭਾਵ ਵਿੱਚ ਫਸੇ ਹੋਏ ਸਨ, ਅਤੇ ਸਤਿਗੁਰੂ ਜੀ ਨੇ ਆ ਕੇ ਜੋ ਫਰਮਾਨ ਕੀਤਾ, ਏਕ ਪਿਤਾ ਏਕ ਸਕੇਹੰ ਬਾਰਿਕ ਤੂੰ ਮੇਰਾ ਗੁਰਹਾਈ, ਸਭੈ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ।
तो सतगुरु जी ਨੂੰ ਕੁਝ ਲੋਕਾਂ ਨੇ ਆਖਿਆ, ਹੇ ਨਾਨਕ ਤੂੰ ਆਪ ਤਾਂ ਉੱਚ ਘਰਾਣੇ ਵਿੱਚ ਜਨਮ ਲਿਆ ਏ, ਬੇਦੀ ਕੁੱਲ ਵਿੱਚ, ਜਿਸ ਨੂੰ ਤੂੰ ਨਾਲ ਲਈ ਫਿਰਦਾ ਹੈ। ਡੂਮ ਮਾਂ ਮਰਾਸੀ ਆ, ਸਾਡੇ ਲੋਕ ਇਹਦੇ ਪਰਛਾਵੇਂ ਨੂੰ ਨਹੀਂ ਤੱਕਦੇ, ਤੂੰ ਇਸ ਨੂੰ ਨਾਲ ਲਈ ਫਿਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਅਸਲ ਵਿੱਚ ਮੈਂ ਆਇਆ ਹੀ ਇਹਨਾਂ ਲੋਕਾਂ ਦੇ ਪਾਸ ਬੈਠਣ ਹਾਂ। ਕਹਿੰਦੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਓ ਸੋ ਕਾ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਸਾਰੇ ਗੁਰੂਆਂ ਨੇ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਪਹਿਰਾ ਦਿੱਤਾ। ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ ਜੋ ਲਿਪੀ ਬੋਲੀ ਨੂੰ ਮੁੱਖ ਰੱਖਦਿਆਂ ਹੋਇਆਂ, ਸੇਵਾ ਦਾ ਜੋ ਮਾਰਗ ਦਿਖਾਉਂਦਿਆਂ ਹੋਇਆਂ, ਮਾਤਾ ਖੀਵੀ ਦੇ ਹੱਥ ਵਿੱਚ ਕੜਛਾ ਪਕੜਾ ਦਿੱਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਪਹਿਲਾਂ ਪੰਗਤ ਅਤੇ ਫਿਰ ਸੰਗਤ। ਪੰਗਤ ਵਿੱਚ ਕੋਈ ਵੀ ਨੀਚ ਵੀ ਆ ਕੇ ਬੈਠਦਾ ਹੈ, ਤਖਤ ਦਾ ਬਾਦਸ਼ਾਹ ਵੀ ਬੈਠਦਾ ਹੈ। ਜੋ ਊਚ ਨੀਚ ਦਾ ਭੇਦ ਭਾਵ ਸੀ, ਉਸ ਨੂੰ ਖਤਮ ਕਰਨ ਵਾਸਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਜੋ ਆ ਕੇ ਜੋ ਸੇਵਾ ਅਤੇ ਸਿਮਰਨ ਦੀ ਔਰ ਸੱਚ ਦੇ ਪੰਥੀ ਬਣਾਉਣ ਦੀ ਜੋ ਨੀਂਹ ਰੱਖੀ, ਔਰ ਹਰਿਮੰਦਰ ਦੀ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਜੋ ਸਥਾਪਨਾ ਕੀਤੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸਤਿਗੁਰੂ ਜੀ ਜਦੋਂ ਹਰਿਮੰਦਰ ਦੀ ਸਥਾਪਨਾ ਕਰਦੇ ਨੇ, ਕਹਿੰਦੇ, ਬ੍ਰਾਹਮਣ ਖੱਤਰੀ ਸੂਦ ਵੈਸ ਸਵਦੇ ਚੌ ਵਰਨੋਂ ਕੋ ਸਾਂਝਾ। ਸਾਰੇ ਗੁਰੂਆਂ ਨੇ ਸਮੇਂ ਮੁਤਾਬਕ ਆ ਕੇ ਇਸ ਚੀਜ਼ ਨੂੰ ਉਭਾਰਨ ਵਾਸਤੇ ਸਖਤ ਪਹਿਰਾ ਦਿੱਤਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਧਰਮ ਹੈ ਸਾਖਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਧਰਮ ਹੇਤ ਇੱਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜੀ ਆਵਾਜ਼ ਬੁਲੰਦ ਕੀਤੀ ਸੀ, ਅਜੇ ਦੁਨੀਆ ਵਿੱਚ ਕੋਈ ਖਾਸ ਝੰਜੋੜਾ ਹਲਾਉਣਾ ਨਹੀਂ ਆ ਰਿਹਾ। ਐਸਾ ਇੱਕ ਕਾਰਜ ਕਰ ਦਿੱਤਾ ਜੋ ਦੇਸ਼ ਵਿੱਚ ਕਾਇਰਤਾ ਦੇ ਨਾਲ ਜੀ ਰਹੇ ਸਨ, ਬੁੱਧ ਦਿਲੀ ਦੇ ਨਾਲ ਜੀ ਰਹੇ ਸਨ, ਜਿਨ੍ਹਾਂ ਦੇ ਅੰਦਰ ਭੋਰਾ ਵੀ ਜਜ਼ਬਾਤ ਨਹੀਂ ਸੀ, ਕੋਈ ਜੋ ਮਰਜ਼ੀ ਕਰੀ ਜਾਏ, ਔਰ ਊਚ ਨੀਚ ਦਾ ਭੇਦ ਭਾਵ ਬਹੁਤ ਜ਼ਿਆਦਾ ਅਸਰ ਕਰ ਚੁੱਕਾ ਸੀ। ਅਤੇ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਜੋ ਵਿਸਾਖੀ ਦਾ ਦਿਹਾੜਾ 1699 ਦੀ ਵਿਸਾਖੀ ਵਿਸ਼ੇਸ਼ ਤੌਰ 'ਤੇ ਹਰ ਜਗ੍ਹਾ 'ਤੇ ਜੋ ਸੁਨੇਹੇ ਭੇਜੇ, ਸੁਨੇਹੇ ਭੇਜ ਕੇ ਇੱਕ ਬਹੁਤ ਵੱਡਾ ਭਾਰੀ ਇਕੱਠ ਕੀਤਾ, ਜੋ 1699 ਦੀ ਵਿਸਾਖੀ ਨੂੰ ਸੰਗਰਾਂਦ ਦਾ ਦਿਹਾੜਾ, ਔਰ ਭਾਰੀ ਇਕੱਠ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ, ਜੇਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਾ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕੰਨ ਨਾ ਕੀਜੈ। ਆਖਿਆ ਸਿਰ ਦੀ ਲੋੜ ਹੈ। ਹਜ਼ਾਰਾਂ ਦੇ ਇਕੱਠ ਵਿੱਚੋਂ 5 ਸਿੰਘ ਵਾਰੀ ਜੋ ਸਾਹਮਣੇ ਆਏ ਨੇ, ਅਤੇ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਪਹਿਲੀ ਆਵਾਜ਼ 'ਤੇ ਕੋਈ ਨਾ ਹਿੱਲਿਆ, ਦੂਸਰੀ ਆਵਾਜ਼ ਉਠਾਈ, ਫਿਰ ਵੀ ਉਸੇ ਤਰ੍ਹਾਂ ਬੈਠੇ ਰਹੇ। ਕੁਝ ਲੋਕ ਡਰਦੇ ਉੱਠ ਕੇ ਖਿਸਕਣਾ ਸ਼ੁਰੂ ਹੋ ਗਏ। ਜੋ ਤੀਸਰੀ ਆਵਾਜ਼ ਬੁਲੰਦ ਕੀਤੀ ਗਰਜਵੀਂ ਆਵਾਜ਼ ਵਿੱਚ, ਕੋਈ ਹੈ ਐਸੋ ਬੇਟਾ ਜੋ ਸੀਸ ਕਰੇ ਭੇਟਾ। ਅਤੇ ਭਾਈ ਦਇਆ ਰਾਮ ਜੀ ਉੱਠਦੇ ਨੇ, ਅੰਦਰ ਲੈ ਗਏ ਨੇ। ਅੰਦਰ ਲਿਜਾ ਕੇ ਜਦੋਂ ਸਤਿਗੁਰੂ ਜੀ ਬਾਹਰ ਆਏ ਨੇ, ਜਿਹੜੀ ਸ਼ਮਸ਼ੀਰ ਸੀ ਉਹ ਖੂਨ ਦੇ ਨਾਲ ਭਿੱਜੀ ਹੋਈ ਸੀ। ਫਿਰ ਆ ਕੇ ਦੁਬਾਰਾ ਬਚਨ ਕੀਤਾ, ਤੋ ਵਾਰੀ 5 ਸਿੰਘਾਂ ਦੇ ਸਿਰ ਪ੍ਰਾਪਤ ਕੀਤੇ ਨੇ। ਸਤਿਗੁਰੂ ਜੀ ਨੇ ਇੱਕ ਐਸਾ ਕੌਤਕ ਰਚਾਇਆ, ਜੋ ਬੁੱਝ ਦਿਲ ਸਨ ਲੋਕ ਸਭ ਉੱਠ ਕੇ ਚਲੇ ਗਏ, ਟਾਵਾਂ ਦਰਬਾਰ ਵਿੱਚ ਰਹਿ ਗਿਆ। ਅਤੇ ਕਈਆਂ ਨੇ ਜਾ ਕੇ ਸ਼ਿਕਾਇਤ ਵੀ ਕੀਤੀ ਮਾਤਾ ਦੇ ਪਾਸ। ਅੱਜ ਤਾਂ ਕੁਝ ਹੋਰ ਹੀ ਕੌਤਕ ਰਚਿਆ ਗਿਆ, ਸਿਰ ਲਈ ਜਾ ਰਹੇ ਨੇ, ਇੱਦਾਂ ਦਾ ਕੋਈ ਵੀ ਨਹੀਂ ਆਵੇਗਾ। ਤਾਂ ਮਾਤਾ ਜੀ ਨੇ ਆਖਿਆ, ਜੋ ਕਰ ਰਹੇ ਨੇ ਠੀਕ ਕਰ ਰਹੇ ਨੇ।
ਸੋ ਸਤਿਗੁਰੂ ਜੀ ਨੇ ਖੰਡਾ ਮੰਗਾਇਆ, ਬਾਟਾ ਮੰਗਾਇਆ, ਸਤਲੁਜ ਤੋਂ ਜਲ ਮੰਗਾਇਆ, ਆਪਣੇ ਹੱਥੀਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਮਾਤਾ ਜੀ ਪਤਾਸੇ ਲੈ ਕੇ ਆ ਗਏ ਨੇ, ਵਿੱਚ ਪਾਏ ਨੇ। ਪੰਜਾਂ ਬਾਣੀਆਂ ਦਾ ਪਾਠ ਕਰਕੇ ਸਤਿਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹ ਜਿਹੜੇ 5 ਸਿੰਘ ਸਨ ਉਹਨਾਂ ਨੂੰ, ਕਿਉਂਕਿ ਸਤਿਗੁਰੂ ਜੀ ਸਤਿਗੁਰ ਮੇਰਾ ਸਰ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜਵਾਲੇ, ਮਾਰਨ ਦੀ ਵੀ ਸਮਰੱਥਾ ਰੱਖਦੇ ਨੇ, ਮਾਰ ਕੇ ਜਵਾਲਣ ਦੀ ਵੀ ਸਮਰੱਥਾ ਰੱਖਦੇ ਨੇ। ਇੱਥੇ ਕਈ ਲੋਕ ਕਈ ਤਰ੍ਹਾਂ ਦੀਆਂ ਮਨ ਘੜਤ ਗੱਲਾਂ ਕਰਦੇ ਨੇ, ਸ਼ਾਇਦ ਅੰਦਰ ਬੱਕਰੇ ਝਟਕਾਏ ਨੇ, ਸ਼ਾਇਦ ਇਹ ਹੋਇਆ। ਉਹ ਸਤਿਗੁਰੂ ਨੇ ਐਸੇ ਹੀ ਕਾਰਜ ਕਰਨੇ ਹੁੰਦੇ ਤੇ ਫਿਰ ਉਹ ਗੁਰੂ ਕਹਿਦਾ। ਉਹ ਗੁਰੂ ਸਮਰੱਥ ਹੈ, ਜੋ ਚਾਹੇ ਕਰ ਸਕਦਾ। ਮਾਰਨ ਦੀ ਵੀ ਸਮਰੱਥਾ ਰੱਖਦਾ ਹੈ, ਮਾਰ ਕੇ ਜਵਾਲਣ ਦੀ ਵੀ ਸਮਰੱਥਾ ਰੱਖਦਾ ਹੈ। ਉਹ ਸਮਰੱਥ ਹੈ, ਨਿਰੰਕਾਰ ਹੈ। ਤੋ ਸਤਿਗੁਰੂ ਜੀ ਨੇ 5 ਕਕਾਰ ਪਹਿਨਾ ਕੇ ਅੰਮ੍ਰਿਤ ਦੀ ਦਾਤ ਦਿੱਤੀ ਹੈ। 5 ਚੂਲੇ ਮੁਖ ਨੂੰ ਲਾਏ ਨੇ, 5 ਸੀਸ ਵਿੱਚ ਪਾਏ ਨੇ, 5 ਨੇਤਰਾਂ ਵਿੱਚ ਪਾਏ ਨੇ। ਤੋ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਨੂੰ ਪਿਆਰਿਆਂ ਦਾ ਖਿਤਾਬ ਦਿੱਤਾ। ਆਖਿਆ ਤੁਸੀਂ ਮੇਰੇ ਪਿਆਰੇ ਹੋ, ਪਿਆਰਿਆਂ ਦਾ ਖਿਤਾਬ ਦਿੱਤਾ। ਤੇ ਨਾਲ ਜੋ ਨਾਮ ਦੇ ਨਾਲ ਸਿੰਘ ਦਾ ਖਿਤਾਬ ਦਿੱਤਾ ਕਿ ਧਰਮ ਸਿੰਘ, ਦਇਆ ਸਿੰਘ, ਧਰਮ ਸਿੰਘ, ਸਿੰਘ ਕਰਕੇ ਨਾਮ ਜੋ ਸਥਾਪਨ ਕੀਤਾ, ਸਿੰਘ ਦਾ ਖਿਤਾਬ ਦਿੱਤਾ। ਔਰ ਉਹਨਾਂ 5 ਨੂੰ ਪਿਆਰਿਆਂ ਦਾ ਖਿਤਾਬ ਦਿੱਤਾ ਕਿ ਤੁਸੀਂ ਮੇਰੇ ਪਿਆਰੇ ਹੋ। ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਭਾਈ ਦਇਆ ਸਿੰਘ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇਵੋ। ਭਾਈ ਦਇਆ ਸਿੰਘ ਹੁਣੀ ਕਹਿਣ ਲੱਗੇ, ਸਤਿਗੁਰੂ ਤੁਸੀਂ ਤਾਂ ਆਪ ਗੁਰੂ ਅਵਤਾਰ ਹੋ, ਤੁਸੀਂ ਅੰਮ੍ਰਿਤ ਕਿਉਂ? ਪਹਿਲੀ ਗੱਲ ਤਾਂ ਜਿਹੜਾ ਨਿਗੁਰਾ ਪੁਰਸ਼ ਹੈ, ਸਤਿਗੁਰੂ ਜੀ ਦਾ ਜੋ ਮਿਸ਼ਨ ਚਲਾਇਆ ਹੈ, ਇਸ ਮਿਸ਼ਨ ਵਿੱਚ ਨਿਗੁਰਾ ਪੁਰਸ਼ ਕਿਸੇ ਨੂੰ ਅੰਮ੍ਰਿਤ ਦੀ ਦਾਤ ਦੇਣ ਦਾ ਹੱਕ ਨਹੀਂ ਰੱਖਦਾ। ਜੇ ਆਪ ਗੁਰੂ ਸਾਹਿਬ ਨਿਗੁਰੇ ਨੇ ਤੇ ਅੰਮ੍ਰਿਤ ਕਿਵੇਂ ਦੇ ਦਿੱਤਾ 5 ਪਿਆਰਿਆਂ ਨੂੰ? ਤੋ ਉਹ ਸਮਰੱਥ ਨੇ ਭਾਈ ਦਇਆ ਸਿੰਘ ਹੁਣੀ ਕਹਿੰਦੇ, ਸਤਿਗੁਰੂ ਜੀ ਤੁਸੀਂ ਤੇ ਆਪ ਪਰਮੇਸ਼ਰ ਹੋ, ਤੁਸੀਂ ਅੰਮ੍ਰਿਤ ਦੇ ਸਾਗਰ ਹੋ, ਤੁਸੀਂ ਤੇ ਅੰਮ੍ਰਿਤ ਦੀ ਵਰਖਾ ਕਰਨ ਵਾਸਤੇ ਸੰਸਾਰ ਤੇ ਮਾਤ ਲੋਕ ਵਿੱਚ ਆਏ ਹੋ। ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੱਕ ਜੋ ਸਿਸਟਮ ਚੱਲਦਾ ਆਇਆ ਕਿ ਚਰਨ ਪਹੁਲ ਦਿੱਤੀ ਜਾਂਦੀ ਸੀ, ਜਿਸ ਨੂੰ ਚਰਨ ਧੋ ਕੇ ਪਿਆ ਦਿੰਦੇ ਸਨ ਉਹ ਗੁਰੂ ਵਾਲਾ ਬਣ ਜਾਂਦਾ ਸੀ। ਨਵੇਂ ਪਾਤਸ਼ਾਹ ਤੱਕ ਇਹ ਸਿਸਟਮ ਚੱਲਦਾ ਰਿਹਾ। ਔਰ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਕੋਈ ਸੰਸਾਰ ਨੂੰ ਮੋੜ ਪਾਉਣ ਵਾਸਤੇ ਨਾਲੇ ਅਗਰਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੋਣੀ ਸੀ। ਆਉਣ ਵਾਲੇ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਤਿਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਚਰਨ ਪੌਲ ਦੀ ਮਰਜ਼ਾਦਾ ਨੂੰ ਜੋ ਬੰਦ ਕੀਤਾ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੋ ਅੰਮ੍ਰਿਤ ਦੀ ਦਾਤ ਦਿੱਤੀ। ਤੇ ਭਾਈ ਦਇਆ ਸਿੰਘ ਕਹਿੰਦੇ, ਸਤਿਗੁਰੂ ਜੀ ਤੁਸੀਂ ਆਪ ਗੁਰੂ ਅਵਤਾਰ ਹੋ, ਤੁਸੀਂ ਅੰਮ੍ਰਿਤ ਕਿਉਂ ਲੈਣਾ ਹੈ? ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਭਾਈ ਦਇਆ ਸਿੰਘ ਮੈਂ ਕੋਈ ਵੱਖਰਾ ਕੰਮ ਨਹੀਂ ਕੀਤਾ, ਨਾ ਵੱਖਰਾ ਕੰਮ ਕਰਨ ਲੱਗਾ ਹੈ। ਮੈਂ ਤਾਂ ਉਹ ਕੰਮ ਕਰ ਰਿਹਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਹੈ। ਕਹਿੰਦੇ ਮੈਂ ਤਾਂ ਉਹ ਕਾਰਜ ਕਰ ਰਿਹਾ ਹਾਂ। ਸਤਿਗੁਰੂ ਜੀ ਨੇ ਉਹ ਕਾਰਜ ਕੀਤਾ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਆਪਣੀ ਜੋਤ ਦਾ ਪ੍ਰਕਾਸ਼ ਸੀ ਉਹ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਕੀਤਾ। ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਬਖਸ਼ਿਸ਼ ਕਰਕੇ ਸਥਾਪਨ ਕਰ ਦਿੱਤਾ, ਉਹ ਕਾਰਜ ਮੈਂ ਕਰ ਰਿਹਾ ਹਾਂ। ਇਹ ਮੇਰੀ ਡਿਊਟੀ ਹੈ, ਮੈਂ ਤੁਹਾਨੂੰ ਉਹ ਸਥਾਪਨਾ ਦੇ ਰਿਹਾ ਹਾਂ ਅੱਗੇ ਅੰਮ੍ਰਿਤ ਦੀ ਦਾਤ ਦੇਣ ਵਾਸਤੇ। ਇਹ ਗੱਲ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ
ਕਹਿਣ ਲੱਗੇ ਮੈਂ ਉਹ ਕਾਰਜ ਕਰ ਰਿਹਾ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਹੈ। ਕਹਿੰਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਅੰਮ੍ਰਿਤ ਦੀ ਦਾਤ ਲਈ ਹੈ, ਉਸੇ ਤਰ੍ਹਾਂ ਦਾਸ ਦੇ ਹਿਰਦੇ ਵਿੱਚ ਵੀ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਗੁਰੂ ਸਾਹਿਬ ਜੀ ਨੇ ਉਹ ਉਸੇ ਤਰ੍ਹਾਂ ਉਸੇ ਸਿਸਟਮ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਕੋਲੋਂ ਲਈ ਔਰ ਇਹ ਗਾਂ ਵਾਸਤੇ ਸਿਸਟਮ ਬਣਾ ਦਿੱਤਾ, ਮਰਜ਼ਾਦਾ ਪਰੰਪਰਾ ਚਲਾ ਦਿੱਤੀ, ਆਰਡਰ ਦੇ ਦਿੱਤਾ ਕਿ ਪੰਜ ਪਿਆਰੇ ਮਿਲਣ ਦੀ ਗੁਰੂ ਦੀ ਹਜ਼ੂਰੀ ਵਿੱਚੋਂ ਹੈ, ਗੁਰੂ ਦੇ ਕੋਲੋਂ ਹੀ ਦਾਤ ਮਿਲਣੀ ਹੈ। ਗੁਰੂ ਤੋਂ ਬਿਨਾਂ ਇਹ ਵਸਤੂ ਪ੍ਰਾਪਤ ਨਹੀਂ ਹੁੰਦੀ, ਪਰ ਮਿਲੇਗੀ ਪੰਜਾਂ ਪਿਆਰਿਆਂ ਦੇ ਥਰੂ, ਮਿਲੇਗੀ ਪੰਜਾਂ ਪਿਆਰਿਆਂ ਦੇ ਥਰੂ। ਇਹ ਡਿਊਟੀ ਲਗਾ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਪੰਜਾਂ ਪਿਆਰਿਆਂ ਦੀ ਸਥਾਪਨਾ ਕੀਤੀ, ਐਸਾ ਕਾਰਜ ਕਰ ਦਿੱਤਾ। ਔਰ ਜਿਹੜੇ ਬੁੱਝ ਦਿਲੀ ਲੋਕ ਉੱਠ ਕੇ ਚਲੇ ਗਏ ਸਨ, ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਫਿਰ ਵੰਗਾਰਿਆ ਔਰ ਪਿਆਰਿਆ ਔਰ ਖਾਲਸੇ ਪੰਥ ਨੂੰ ਜੋ ਵਰ ਦਿੱਤੇ। ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਤਸਾ ਸੰਗਾ। ਕਹਿੰਦੇ ਰੋਮ ਰੋਮ ਜ ਰਸਨਾ ਪਾऊँ, ਤਦਬ ਖਾਲਸਾ ਜਤ ਗਾऊँ। ਕਹਿੰਦੇ ਹਉ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ। ਤੇ ਕਹਿੰਦੇ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਖਾਲਸੇ ਪੰਥ ਦੀ ਸਥਾਪਨਾ ਕਰਕੇ, ਔਰ ਐਸੇ ਵਰ ਦਿੱਤੇ, ਐਸੀਆਂ ਬਖਸ਼ਾਂ ਕੀਤੀਆਂ ਕਿ ਮੇਰਾ ਜਿਹੜਾ ਖਾਲਸਾ ਹੈ ਇਹਨਾਂ ਚੀਜ਼ਾਂ ਤੋਂ ਨਿਆਰਾ ਹੋ ਕੇ ਚੱਲੇਗਾ। ਜਿਹੜਾ ਖਾਲਸਾ ਮੇਰੇ ਹੁਕਮ ਵਿੱਚ ਚੱਲੇਗਾ, ਮੈਂ ਉਹਦੇ ਵਾਸਤੇ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹਾਂ। ਜਿਹੜੇ ਜਾਤੀ ਅਭਿਮਾਨੀ ਲੋਕ ਸਨ, ਉਹਨਾਂ ਨੂੰ ਜਦੋਂ ਕਿਹਾ ਤੇ ਉਹਨਾਂ ਨੇ ਇੱਕ ਕੰਡੀਸ਼ਨ ਰੱਖ ਦਿੱਤੀ ਕਿ ਅਸੀਂ ਇਹਨਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ, ਨੀਵੀਆਂ ਜਾਤਾਂ ਦੇ ਨਾਲ। ਜੇ ਤੁਸੀਂ ਸਾਨੂੰ ਵੱਖਰੇ ਬਾਟੇ ਵਿੱਚ ਅੰਮ੍ਰਿਤ ਦੀ ਦਾਤ ਦੇਵੋਗੇ ਤੇ ਅਸੀਂ ਛਕਣ ਨੂੰ ਤਿਆਰ ਹਾਂ। ਤੇ ਗੁਰੂ ਸਾਹਿਬ ਨੇ ਨਾ ਕਰ ਦਿੱਤੀ, ਮੁਨਕਰ ਹੋ ਗਏ ਕਿ ਇਹ ਕਾਰਜ ਕਦੀ ਇੱਦਾਂ ਨਹੀਂ ਹੋ ਸਕਦਾ, ਨਹੀਂ ਸਕਣਾ ਤੇ ਤੁਸੀਂ ਜਿੱਥੇ ਮਰਜ਼ੀ ਜਾਓ। ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕਿਸੇ ਸਹਾਤ ਨਾ ਜੀਕੋ, दान दियो इन्हीं को भलो रान को दान न लागत नीको, आगे फले इन्हीं को दियो जग में जस और दियो साफी को। कहते मोह ग्रह में तन ते मन ते सिर लो तन है, सब ही इन्हीं को। जो गुरु साहब कहते मेरे कोल है, मेरा तन मन धन मेरा सिर भी मेरे खालसे दे अर्पण है। वो कहन लगे तुसी सारा कुछ खालसे दे हवाले करी जाते हो, को थोड़ा बहुता साढ़े जोगा भी रहन दियो। सतगुरु जी कहते हंकारियो युद्ध जिते इन्हीं के प्रसाद, इन्हीं के प्रसाद सो दान करे। कहते अग आउटरे इन्हीं के प्रसाद, इन्हीं कृपा फुन धाम फरे, इन्हीं कृपा सब सतर मरे हैं। इन्हीं कहते अग आउटरे इन्हीं के प्रसाद, इन्हीं कृपा फुन धाम परे, इन्हीं के प्रसाद सो विद्या लई, इन्हीं कृपा सब सतर मरे। कहते इन्हीं की कृपा के सजे हम हैं, नहीं मुझसे गरीब करोड़ परे। इतना बचन कह के ते नेत्र मुंदले ने। तो जेड़े हंकारी पुरुष सन उन्हां नूं तरकार दिता सतगुरु जी ने, अपने खालसे नूं किन्ना वड्डा रुतबा दिता, कितनियां वड्डियां मिहरां कीतियां, किन्नी वड्डी कृपा बख्शिश कर दिती। ते ਉਹ ਬਖਸ਼ਿਸ਼ ਜਿਹੜੀ ਪੰਜਾਂ ਪਿਆਰਿਆਂ ਦੇ ਹਿਰਦੇ ਵਿੱਚ ਰੱਖ ਕੇ ਕਹਿੰਦੇ ਖਾਲਸਾ ਗੁਰੂ, गुरु खालसा मैं करूँ मैं अब जैसे गुरु नानक जी अंगद को कीनियो। कहते भाई दया साहब मैं वो कारज कर रहा जोड़ा गुरु नानक ने किया। कहते खालसा गुरु आपे गुरचेला की जी रिसम चलाई है। कहते खालसा गुरु, गुरु खालसा मैं करूँ मैं अब जैसे गुरु नानक जी अंगद को कीनियो। कहते संक न कीजे सावधान हो दीजिए, अब अमृत छकाओ जैसे तुम दीजियो।
ये ऐसी परंपरा, ऐसा सिस्टम धन गुरु गोबिंद सिंह कलगीधर पातशाह ने चलाया। और खालसे पंथ ने इतने वर दिते। वो जो खालसा पंथ की सथापना का जो दिवस आनंदपुर साहब की, वो पवित्र धरती 1699 और नाल ही एक साल बाद होले महल्ले का जो कारज प्रारंभ किया सतगुरु जी ने, ये महान बख्शिशां रहमतां उस पवित्र धरती ते नाल हुक्म ला दिता कि खालसे का जड़ा जन्म स्थान हुण पंज प्यारे अमृत की दात दिंदे ने। ते उस वक्त जो मुख उदेश दिता जाता है, तो उस वक्त खास तौर पर अमृत बलाखियां नूं यह हदायत दी जाती है, कोई ऐसा समा, ऐसा जो भयानक समा बीतदा आउंदा है, किसी पासे भी कोई ऐसी हिल जुल मचदी है, तो उस वक्त तुहानूं कोई पुछदा है कि तुहाडा जन्म कित्थों दा है, उस वक्त ये कहना कि तख्त श्री केसगढ़ साहिब का साडा जन्म है। कदों का? विसाखी वाले दिन का। वासी कित्थों दे? आनंदपुर साहिब के। ਉਹ सतगुरु जी ने आनंदपुरी जो आनंद दा जिथे वासा है उस धरती को पवित्र किया और ये बख्शिश कर दी कि साडा एड्रैस की है, साडा पता की है, साडा जन्म कदों का? जन्म विसाखी वाले दिन का, विसाखी वाले दिन का तख्त श्री केसगढ़ साहिब का और वासी आनंदपुर साहब का। तो वो पवित्र धरती ते सतगुरु जी ने किन्नियां वड्डियां रहमतां बख्शिशां कीतियां। ये जो दो मुख दिन ने, विसाखी का दिन और होले महल्ले का दिन, ये दो दिनों ते सतगुरु जी वर दे के गए ने कि जिथे भी मेरा खालसा बैठा है इस धरती ते आके जरूर हाजिरी लगवावेगा। तो सतगुरु जी ने रहमत बख्शिश की। होले महल्ले ते भी दासरियां दी झोली विच जो लंगर की सेवा की बख्शिश की झोली विच पाई और विसाखी के पुरब ते भी जो ये बख्शिश झोली विच पाई और विसाखी का जो एक खास तौर पर दिन उस पवित्र धरती ते बनाया। और अज इस नानकसर की धरती ते जो पूर्णमासी का भी दिहाड़ा और विसाखी का दिन भी मनाया जा रहा है। नाल धन गुरु तेग बहादुर पातशाह जी का 400 साल आगमन पर्व मनाया जा रहा है। और दास दे नाल बाबा बूटा सिंह जी, बाबा कुलजीत सिंह जी जिन्हों की लंगरां की ड्यूटी लाई हुई है। सो इन्हों दोनों की जिम्मेवारी है। तो जिथे जाना इन्हों की जिम्मेवारी में सारे कार्य किए जाते हैं। सो अज का विशेष दिन जो इत्थे बहुत ही धूमधाम के नाल मनाया जा रहा है। पूर्णमासी का दिहाड़े के भी पाठ चल रहे हैं, शाम को भोग पैणगे, रात रहन सबाई पूर्णमासी का जो दिन मनाया जा रहा है। दिन वेले विसाखी का पुरब धन गुरु तेग बहादुर पातशाह का 400 साल आगमन पुरब के संबंध में और पूर्णमासी के संबंध में दीवान सजणगे। थोड़े समय बाद कीर्तन की प्रारंभता हो जानी है। सो गुरमुख प्यारिओ, गुरु कलगीधर पातशाह ने जो साढ़े ते रहमतां कीतियां, बख्शां कीतियां, असीं तां कई जन्मां तक गुरु गोबिंद सिंह कलगीधर पातशाह का देना नहीं दे सकते। और उन्हां दी दित्ती हुई दात बख्शिश साडा सबना दा फर्ज बनता है। जिन्हां ने अपने खालसे नूं इतने वर दिते, अपना रूप बख्शिया ते रूप बन जोगे आपां होईए। उस समय नूं मुख रखदियां, गुरु की बख्शिश नूं मुख रखदियां होइयां अज भी जो इत्थे नानकसर विच अमृत संचार जो अज रहन सबाई प्रोग्राम तो बाद कल सवेरे अमृत का बाटा तैयार होना है। और जिहड़े भी गुरमुख प्यारे जितों तक दास की आवाज़ जाती, जिहड़े संघ गुरमुख प्यारे माई भाई पहुँच सकते हैं, पहुँच के अमृत की दात प्राप्त करो, सतगुरु जी दियाँ बख्शां शीशां प्राप्त करो। धन गुरु गोबिंद सिंह के सपुत्र और सपुत्रियां बनते दावेदार बनो। तो जे आपां
ਗੁਰੂ ਦਾ ਹੁਕਮ ਮੰਨਾਂਗੇ ਤੇ ਗੁਰੂ ਦੀਆਂ ਬਖਸ਼ਾਂ ਸੀਸਾਂ ਹਮੇਸ਼ਾ ਸਾਡੇ ਤੇ ਵਿਆਪਣਗੀਆਂ। ਔਰ ਜੇ ਹੁਕਮ ਤੋਂ ਬਾਹਰ ਜਾਵਾਂਗੇ ਤੇ ਫਿਰ ਗੁਰੂ ਦੀ ਬਖਸ਼ਿਸ਼ ਸੀਸ ਪ੍ਰਾਪਤ ਨਹੀਂ ਹੋਵੇਗੀ। ਆਪਾਂ ਸਾਡੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੇ ਪਾਤਸ਼ਾਹੀਆਂ ਕਲਯੁਗ ਦੇ ਅਵਤਾਰ ਆਏ ਨੇ ਤੇ ਆਪਾਂ ਸਤਿਗੁਰੂ ਜੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਦੀਆਂ ਬਖਸ਼ਾਂ ਸੀਸਾਂ ਪ੍ਰਾਪਤ ਕਰੀਏ। ਸੋ ਅਗਲਾ ਜੋ ਪ੍ਰੋਗਰਾਮ ਹੈ ਕੀਰਤਨ ਦਾ ਜਲਦੀ ਹੀ ਥੋੜ੍ਹੇ ਸਮੇਂ ਬਾਅਦ ਪ੍ਰਾਰੰਭ ਕੀਤਾ ਜਾਵੇਗਾ। ਔਰ ਨਾਲ ਜੋ ਸ੍ਰੀ ਅਖੰਡ ਪਾਠ ਸਾਹਿਬ ਸੱਚਖੰਡ ਵਿੱਚ ਚੱਲ ਰਹੇ ਨੇ ਉਹਨਾਂ ਦੇ ਰਾਤ ਨੂੰ ਭੋਗ ਪੈਣਗੇ। ਔਰ ਜਿਹੜੇ ਲੜੀਵਾਰ ਪਾਠ ਨੇ ਹੁਣ ਕੀਰਤਨ ਦਰਬਾਰ ਹੋਣ ਕਰਕੇ ਕੱਲ੍ਹ ਸਵੇਰੇ ਤਕਰੀਬਨ 8-8:30 ਵਜੇ ਦੇ ਕਰੀਬ ਜੋ ਅਗਲੀ ਟਰਨ ਦੇ ਜੋ ਪਾਠ ਪ੍ਰਾਰੰਭ ਕੀਤੇ ਜਾਣੇ ਨੇ, ਕਿਉਂਕਿ ਹੁਣ ਰਾਤ ਵੀ ਰਹਿਣ ਸਬਾਈ ਕੀਰਤਨ ਹੈ ਔਰ ਦਿਨ ਵੇਲੇ ਵੀ ਜੋ ਕੀਰਤਨ ਦਰਬਾਰ ਸਜਣੇ ਨੇ। ਤਾਂ ਹੁਣ ਸਾਰਾ ਪ੍ਰੋਗਰਾਮ ਉਹ ਚੱਲੇਗਾ। ਸੋ ਗੁਰਮੁਖ ਪਿਆਰਿਓ, ਵਡਭਾਗੇ ਹੋ ਜੋ ਗੁਰੂ ਦੀਆਂ ਬਖਸ਼ਾਂ ਸੀਸਾਂ ਪ੍ਰਾਪਤ ਕਰ ਰਹੇ ਹੋ। ਜਿਹੜੀਆਂ ਇੱਥੇ ਸੇਵਾਵਾਂ ਚੱਲ ਰਹੀਆਂ ਨੇ ਤਗੜੇ ਹੋ ਕੇ ਯੋਗਦਾਨ ਦੇ ਕੇ ਆਪਣਾ ਹਿੱਸਾ ਪਾ ਕੇ ਇਹਨਾਂ ਸੇਵਾਵਾਂ ਨੂੰ ਅੱਗੇ ਚੜ੍ਹਦੀ ਕਲਾ ਵਿੱਚ ਨਿਭਾ ਸਕੋ। ਤਗੜੇ ਹੋਵੋ, ਗੁਰੂ ਦਾ ਓਟ ਆਸਣ ਲੈ ਕੇ ਚੱਲੋ। ਭੁੱਲਾਂ ਚੁੱਕਣ ਦੀ ਖਿਮਾ, ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।